Good morning, dear students. Students, in this lecture, we are going to start topic Introduction to C editors and IDEs. 7.3 ਸਾਡੇ ਕੋਲ topic ਹੈ. So, editors are the program used for that are useful for writing source codes of languages. ਕਿ editors ਕੀ ਨੇ ਪ੍ਰੋਗਰਾਮ ਨੇ ਜਿਹੜੇ ਕਾਹਦੇ ਵਾਸਤੇ ਯੂਜ਼ਫੁਲ ਨੇ ਕਿ ਅਸੀਂ ਕੋਈ ਵੀ ਆਪਣਾ ਜਿਹੜਾ ਸੋਰਸ ਕੋਡ ਲਿਖਦੇ ਹਾਂ ਕਿਸੇ ਵੀ ਲੈਂਗੁਏਜ ਦਾ ਉਹਨਾਂ ਦੇ ਵਾਸਤੇ ਦੇਰ ਆਰ ਮੈਨੀ ਪ੍ਰੋਗਰਾਮਿੰਗ ਲੈਂਗੁਏਜਸ ਵਿਚ ਹੈਵ ਦੇਅਰ ਓਨ ਐਡੀਟਰਸ ਟੂ ਰਾਈਟ ਪ੍ਰੋਗਰਾਮਸ ਸੱਚ ਐਜ਼ C++ ਐਟਸੈਕਟਰਾ ਕਿ ਬਹੁਤ ਸਾਰੀਆਂ ਪ੍ਰੋਗਰਾਮਿੰਗ ਲੈਂਗੁਏਜਸ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਕੋਲ ਆਪਣੇ ਖੁਦ ਦੇ ਐਡੀਟਰਸ ਨੇ ਪ੍ਰੋਗਰਾਮ ਨੂੰ ਰਾਈਟ ਕਰਨ ਦੇ ਲਈ but some programming languages do not have their own editors for writing programs such as Java ਕਿ ਕੁਛ ਲੈਂਗੁਏਜਸ ਜਿਨ੍ਹਾਂ ਦੇ ਕੋਲ ਆਪਣੇ ਜਿਹੜੇ ਐਡੀਟਰਸ ਨੇ ਉਹ ਨਹੀਂ ਹੈ ਮਤਲਬ ਇਹਨਾਂ ਨੇ ਐਗਜ਼ਾਮਪਲ ਸਾਨੂੰ ਕੀ ਦਿੱਤੀ ਹੈ ਜਾਵਾ ਨਾਲ ਦੀ ਨਾਲ ਅਸੀਂ ਕਹਿ ਸਕਦੇ ਹਾਂ ਕਿ HTML ਵੀ ਇੱਕ ਇਹੋ ਜਿਹੀ ਹੀ ਲੈਂਗੁਏਜ ਆ ਜਿਹਦੇ ਕੋਲ ਆਪਣਾ ਐਡੀਟਰ ਨਹੀਂ ਹੈ ਸੋ ਜਾਵਾ ਪ੍ਰੋਗਰਾਮਿੰਗ ਕੈਨ ਬੀ ਰਿਟਨ ਇਨ ਐਨੀ ਸਿੰਪਲ ਟੈਕਸਟ ਐਡੀਟਰ ਪ੍ਰੋਗਰਾਮ ਕਿ ਜਾਵਾ ਦੇ ਜਦੋਂ ਵੀ ਅਸੀਂ ਪ੍ਰੋਗਰਾਮਿੰਗ ਕਰਨੀ ਆ ਤਾਂ ਉਹਦੇ ਵਾਸਤੇ ਅਸੀਂ ਕਿਸੇ ਵੀ ਸਿੰਪਲ ਟੈਕਸਟ ਐਡੀਟਰ ਦੇ ਵਿੱਚ ਉਹਨੂੰ ਰਾਈਟ ਕਰ ਸਕਦੇ ਹਾਂ ਹੁਣ ਇਹ ਸਿੰਪਲ ਕਿਵੇਂ ਹੋ ਗਿਆ ਕਿ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਹੁਣ ਅਸੀਂ C ਦੇ ਪ੍ਰੋਗਰਾਮ ਜਾਂ C++ ਦੇ ਪ੍ਰੋਗਰਾਮ ਜਿਹੜੇ ਉਹਨਾਂ ਨੂੰ ਰਾਈਟ ਕਰਨਾ ਵਾ ਤਾਂ ਉਹਨਾਂ ਨੂੰ ਜਦੋਂ ਅਸੀਂ ਰਾਈਟ ਕਰਾਂਗੇ ਤਾਂ ਸਾਡੇ ਕੋਲ ਜਿਹੜੀ ਸਕਰੀਨ ਓਪਨ ਹੋਏਗੀ ਉਹ C ਦੀ ਹੀ ਹੋਏਗੀ ਜਾਂ C++ ਦੀ ਹੋਏਗੀ ਜੋ ਵੀ ਸਾਨੂੰ ਸਕਰੀਨ ਸ਼ੋ ਹੋਏਗੀ ਬਟ ਜਦੋਂ ਅਸੀਂ HTML ਜਾਂ ਜਾਵਾ ਦੇ ਪ੍ਰੋਗਰਾਮ ਕਰਦੇ ਹਾਂ ਤਾਂ ਉਹਨਾਂ ਨੂੰ ਲਿਖਣ ਦੇ ਵਾਸਤੇ ਸਾਨੂੰ ਕੋਈ ਟੈਕਸਟ ਐਡੀਟਰ ਯੂਜ਼ ਕਰਨਾ ਪੈਂਦਾ ਫੋਰ ਐਗਜ਼ਾਮਪਲ ਕਿ ਅਸੀਂ ਨੋਟਪੈਡ ਜਿਹੜਾ ਵਾ ਜਾਂ ਵਰਡਪੈਡ ਆ ਉਹਨੂੰ ਯੂਜ਼ ਕਰ ਸਕਦੇ ਹਾਂ ਕਿ ਅਸੀਂ ਆਪਣਾ ਸਾਰਾ ਪ੍ਰੋਗਰਾਮ ਨੋਟਪੈਡ ਜਾਂ ਵਰਡਪੈਡ 'ਤੇ ਟਾਈਪ ਕਰਕੇ ਫਿਰ ਉਹਦੀ ਜਿਹੜੀ ਆਊਟਪੁੱਟ ਆ ਉਹਨੂੰ ਲਿੰਕ ਕਰਕੇ ਅਸੀਂ ਓਪਨ ਕਰਦੇ ਹਾਂ ਸੋ ਐਨ ਇੰਟੀਗ੍ਰੇਟਡ ਡਿਵੈਲਪਮੈਂਟ ਇਨਵਾਇਰਮੈਂਟ IDE कि an integrated development environment is an application कि IDEs की आ एक साडे कोल एप्लीकेशन आ जिन्हें की करना दैट फैसिलिटेट्स एप्लीकेशन डिवेलपमेंट कि जो भी मतलब सानू फैसिलिटीज़ प्रोवाइड करनियां वा कि जिहड़ा साडे कोल कोई प्रोग्राम आ तां उहदे वास्ते सानू फैसिलिटीज़ दिंदे ने एप्लीकेशन डिवेलपमेंट दे वास्ते सो IDEs are designed to encompasses all programming tasks in one application ਕਿ IDEs ਦੇ ਵਿੱਚ ਕੀ ਆ ਕਿ ਜੋ ਵੀ ਆ ਸਾਡੇ ਜਿਹੜੇ ਪ੍ਰੋਗਰਾਮ ਅਸੀਂ ਆਪਣੇ ਬਣਾਉਣੇ ਆ ਤਾਂ ਉਹਦੇ ਵਾਸਤੇ ਜਿਹੜੀ ਮਤਲਬ ਸਾਨੂੰ ਕਿ ਉਹਨਾਂ ਸਾਰੇ ਐਪਲੀਕੇਸ਼ਨਸ ਪ੍ਰੋਗਰਾਮਾਂ ਨੂੰ ਕੰਪਲੀਟ ਕਰਨ ਦੇ ਲਈ ਮਤਲਬ ਜੋ ਵੀ ਸਾਡੇ ਕੋਲ ਇਨਕਲੂਡਿੰਗ ਚਾਹੀਦੀ ਉਹ ਸਾਰੀ ਕਾਹਦੇ ਵਿੱਚ ਪਈ ਆ ਸਾਡੇ ਕੋਲ IDEs ਦੇ ਵਿੱਚ ਦੇਅਰਫੋਰ IDEs ਆਫਰ ਅ ਸੈਂਟਰਲ ਇੰਟਰਫੇਸ ਫੀਚਰਿੰਗ ਆਲ ਦੀ ਟੂਲਸ ਅ ਡਿਵੈਲਪਰ ਨੀਡਸ ਕਿ ਜਦੋਂ ਵੀ ਉਹਦੇ 'ਚ ਜਦੋਂ ਹੁਣ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਸਾਡੇ ਕੋਲ IDEs 'ਚ ਆ ਤਾਂ ਉਹ ਇੱਕ ਕਿਸ ਰੂਪ ਦੇ ਵਿੱਚ ਕੰਮ ਕਰਦੀ ਆ ਕਿ ਇੱਕ ਸੈਂਟਰਲ ਇੰਟਰਫੇਸ ਦਿੰਦੀ ਆ ਪੂਰੇ ਜਿੰਨੇ ਵੀ ਉਹਦੇ ਟੂਲਸ ਨੇ ਕਿ ਜੋ ਵੀ ਡਿਵੈਲਪਰ ਦੀਆਂ ਨੀਡਸ ਨੇ ਇਨਕਲੂਡਿੰਗ ਦੀ ਫੋਲੋਇੰਗ ਕਿ ਕਿਹੜੀਆਂ ਕਿਹੜੀਆਂ ਜਿਹੜੀਆਂ ਜ਼ਰੂਰਤਾਂ ਵਾ ਉਹ IDEs ਦੇ ਵਿੱਚ ਸਾਨੂੰ ਕੰਪਲੀਟ ਹੋ ਕੇ ਮਿਲਦੀਆਂ ਜਿਵੇਂ ਫਸਟ ਇਜ਼ ਕੋਡ ਐਡੀਟਰ ਦਿਸ ਫੀਚਰ ਇਜ਼ ਅ ਟੈਕਸਟ ਐਡੀਟਰ ਡਿਜ਼ਾਈਨਡ ਫॉर ਰਾਈਟਿੰਗ ਐਂਡ ਐਡੀਟਿੰਗ ਸੋਰਸ ਕੋਡ ਕਿ ਕੋਡ ਐਡੀਟਰ ਦੇ ਵਿੱਚ ਕੀ ਆ ਕਿ ਇੱਕ ਟੈਕਸਟ ਐਡੀਟਰ ਦੀ ਫੀਚਰ ਆ ਜਿਹੜੀ ਕਿਸ ਚੀਜ਼ ਲਈ ਡਿਜ਼ਾਈਨ ਕੀਤੀ ਗਈ ਆ ਰਾਈਟਿੰਗ ਐਂਡ ਐਡੀਟਿੰਗ ਸੋਰਸ ਕੋਡ ਕਿ ਜਿਹੜਾ ਵੀ ਅਸੀਂ ਪ੍ਰੋਗਰਾਮ ਆਪਣਾ ਲਿਖਣਾ ਵਾ ਜਾਂ ਉਹਦੇ ਵਿੱਚ ਕੁਛ ਐਡਿਟ ਕਰਨਾ ਵਾ ਉਹਦੇ ਵਾਸਤੇ ਸੋ ਸੋਰਸ ਕੋਡ ਐਡੀਟਰਸ ਆਰ ਡਿਸਟਿੰਗਿਸ਼ਡ ਫਰੋਮ ਟੈਕਸਟ ਐਡੀਟਰਸ ਬਿਕੋਜ਼ ਦੇ ਇਨਹਾਂਸ ਔਰ ਸਿੰਪਲੀਫਾਈ ਦੀ ਰਾਈਟਿੰਗ ਐਂਡ ਐਡੀਟਿੰਗ ਆਫ ਕੋਡ ਕਿ ਜਿਹੜੇ ਸੋਰਸ ਕੋਡ ਆ ਉਹਨਾਂ ਨੂੰ ਅਸੀਂ ਕਾਹਦੇ ਤੋਂ ਡਿਸਟਿੰਗਿਸ਼ਡ ਕਰਦੇ ਹਾਂ ਵੱਖ ਕਰਦੇ ਹਾਂ ਸੋਰਸ ਕੋਡ ਐਡੀਟਰਸ ਆਰ ਡਿਸਟਿੰਗਿਸ਼ਡ ਫਰੋਮ ਟੈਕਸਟ ਐਡੀਟਰਸ ਕਿ ਸੋਰਸ ਕੋਡ ਐਡੀਟਰਸ ਡਿਫਰੈਂਟ ਹੁੰਦੇ ਨੇ ਜਾਂ ਇਹਨਾਂ ਨੂੰ ਵੱਖ ਕੀਤਾ ਜਾਂਦਾ ਕਿਹਨਾਂ ਨਾਲੋਂ ਟੈਕਸਟ ਐਡੀਟਰਸ ਦੇ ਨਾਲੋਂ ਕਿਉਂ ਬਿਕੋਜ਼ ਦੇ ਇਨਹਾਂਸ ਔਰ ਸਿੰਪਲੀਫਾਈ ਦੀ ਰਾਈਟਿੰਗ ਐਂਡ ਐਡੀਟਿੰਗ ਆਫ ਕੋਡ ਕਿਉਂਕਿ ਇਹ ਮਤਲਬ ਜੋ ਵੀ ਅਸੀਂ ਕੋਡ ਲਿਖਣਾ ਉਹਨੂੰ ਲਿਖਣ ਦੇ ਵਾਸਤੇ ਜਾਂ ਜਦੋਂ ਵੀ ਅਸੀਂ ਉਹਨੂੰ ਸੰਪਾਦਨ ਕਰਦੇ ਹਾਂ ਤਾਂ ਉਹਨੂੰ ਵਧਾਉਂਦੇ ਆ ਜਾਂ ਉਹਨੂੰ ਸਿੰਪਲੀਫਾਈ ਕਰਦੇ ਆ So second is compiler. This tool transforms source code written in a human, readable, writable language into a form executable by a computer.
कि कंपाइलर के बारे वैसे असी पहला भी रीड कर चुके हैं कि कंपाइलर का की वर्क होंदा वा प्रोग्राम नू ट्रांसलेट करना कि जो सोर्स कोड असी लिखिया होया उन्होंने कंप्यूटर की लैंगुएज तक कन्वर्ट करना कि कंप्यूटर उसकी आउटपुट दे सके। नाल दी नाल की आ कि जो भी असी अपने प्रोग्राम नू कंपाइल करते हैं तो जो साडियां एरर्स ने उन्होंने मतलब दूर किया जाता, सानू एरर्स अपनियां शो होंदियां वा। सो कि कंपाइलर ने प्रोग्राम नू ट्रांसफॉर्म करना ह्यूमन लैंगुएज दे विच। सो दैन थर्ड इज़ डिबगर। दिस टूल इज़ यूज्ड ड्यूरिंग टेस्टिंग टू हैल्प डिबग एप्लीकेशन प्रोग्राम कि जदों भी टेस्टिंग होंदी है प्रोग्राम की उन्हां वेले यूज़ किया जाता वा डिबगर। दैन फोर्थ इज़ बिल्ड ऑटोमेशन टूल्स। दीज टूल्स ऑटोमेट कॉमन डिवेलपर टास्क कि इन्हां जिहड़े मतलब साडे कोल टास्क जिहड़े नॉर्मली जिहड़े कॉमनली टास्क किए जाते हैं उन्हां टास्क दे वास्ते मतलब जो भी फैसिलिटीज़ प्रोवाइड करनियां तां ओह काहदे विच कीतियां जांदियां ने बिल्ड ऑटोमेशन टूल्स दे विच। So there are many IDEs that are available for programming languages in C. Some of these common IDEs are given below. First of all is Turbo C, CodeLite, CodeBlocks, fourth is NetBeans and fifth is C++. So Turbo C is one of the oldest IDEs for programming in C language कि C लैंगुएज के वास्ते सब तो जड़ा पुराना IDEs वरत्या जाता सी। इंटीग्रेटेड डिवेलपमेंट इन्वायरमेंट जड़ा असी एक एप्लीकेशन यूज़ करते सी की यूज़ की जाती सी टर्बो C। इट वॉज फस्ट इंट्रोड्यूस्ड बाय बॉरलैंड इन 1972 कि इनू सब तो पहला कदों इंट्रोड्यूस किया गया सीगा 1972 दे विच किने कीता सी बॉरलैंड ने। सो एट द टाइम टर्बो C वॉज नोन फॉर इट्स कंपैक्ट साइज़ फास्ट कंपाइल स्पीड एंड लो प्राइस कि उदों तो लैके ही जी टर्बो सी मतलब एक फेमस सी कादे वास्ते कि इहदा साइज़ जिहड़ा वो कंपैक्ट सी। दैन जो कंपाइल करता सी प्रोग्राम नू उहदी स्पीड फास्ट सी एंड प्राइस भी लो सी। बट नाउ आ डेज टर्बो C वाज आउटडेटेड इन टैक्नोलॉजी बट अज दे टाइम दे विच जिहड़ी टर्बो C आ उहनूं यूज़ नहीं किया जाता। सो नैक्सट इज़ क्रिएटिंग एंड एग्जीक्यूटिंग C प्रोग्राम्स कि असी अपने प्रोग्राम C लैंगुएज के जोड़ा प्रोग्राम उन्होंने क्रिएट किवें करते हैं तो उन्होंने एग्जीक्यूट किवें करते हैं कि किवें किवें स्टैप्स ने। सो फस्ट ऑफ ऑल इज़ डिज़ाइन द प्रोग्राम कि सब तो पहला असी प्रोग्राम नू की करांगे डिज़ाइन करांगे। दैन सैकेंड इज़ राइट द प्रोग्राम यूजिंग बाय टेक्सट एडिटर और IDE सपोर्टिंग C कि असी अपना जोड़ा प्रोग्राम आ जोड़ा भी टेक्सट एडिटर जां IDE जोड़ा C नू सपोर्ट करता उहदे विच अपना प्रोग्राम टाइप करना। दैन थर्ड इज़ सेव द प्रोग्राम बाय गिविंग फाइल नेम विथ एक्सटेंशन .c कि जदों भी असी अपना प्रोग्राम राइट कर लिया तो उस प्रोग्राम नू एक्सटेंशन .c दे नाल सेव करना। दैन फोर्थ इज़ कंपाइल दी प्रोग्राम उस तो बाद असी की करांगे अपने जोड़ा प्रोग्राम है उन्होंने कंपाइल करांगे। इफ़ देयर आर एनी एरर इन प्रोग्राम्स दैन करैक्ट इट एंड रिपीट द स्टैप 4 क्योंकि असी देखा कि जो भी असी प्रोग्राम नू कंपाइल करांगे तो सानू जिहड़ियां साडे प्रोग्राम दे विच जिहड़ियां एरर्स हो रही वा भी साडे तो एरर्स हो गई उन्हां नू शो करेगा तो असी उन्हां एरर्स नू करैक्ट करांगे। जिन्ना टाइम वो एरर्स करैक्ट नहीं होंदियां तो साडा जिहड़ा प्रोग्राम आ वो जिहड़ी आउटपुट आ वो शो नहीं करेगा कि अगर प्रोग्राम दीयां एरर्स ठीक हो गई दैन जिहड़ा रिपीट करो स्टैप 4 मतलब कि फिर उन्होंने दोबारा तो कंपाइल करो। उस तो बाद एग्जीक्यूट द प्रोग्राम कि जो भी साडा प्रोग्राम है उन्होंने एग्जीक्यूट करना। दैन व्यू दी आउटपुट विंडो फॉर रिजल्ट सानू जिहड़ी भी अपनी आउटपुट जिहड़ी आ वो विंडो ते शो हो जाएगी। हुण जदों भी असी अपने प्रोग्राम नू कंपाइल करते हैं तो उहदे वास्ते असी शॉर्टकट की जिहड़ी यूज़ कर सकते हैं अल्टर प्लस F9। दैन उस तो बाद कि जदों असी अपने प्रोग्राम नू रन करना वा एग्जीक्यूट करना वा दैन उहदे वास्ते साडे कोल शॉर्टकट की है कंट्रोल प्लस F9 तो उस तो बाद जो अपना रिजल्ट चैक करना तो उहदे वास्ते असी यूज़ कर सकते हैं अल्टर प्लस F5। So next is getting started with C. For communication with human beings, we use natural languages like English, Hindi and Punjabi etc. कि असी नॉर्मली ह्यूमन बींग्स कम्युनिकेट करते हैं तो असी जां इंग्लिश लैंग्वेज यूज़ करते हैं जां हिंदी जां पंजाबी। बट टू कम्युनिकेट विद कंप्यूटर्स वी कैन यूज़ ओनली दोज लैंग्वेजेस विच आ कंप्यूटर सिस्टम कैन अंडरस्टैंड डायरैक्टली और इनडायरैक्टली कि जदों भी असी जिहड़ा
ਕੰਪਿਊਟਰ ਦੇ ਨਾਲ ਕਮਿਊਨੀਕੇਟ ਕਰਦੇ ਹਾਂ ਤਾਂ ਅਸੀਂ ਸਿਰਫ ਉਹੀ ਲੈਂਗੁਏਜਿਸ ਯੂਜ਼ ਕਰ ਸਕਦੇ ਹਾਂ ਜਿਨ੍ਹਾਂ ਨੂੰ ਕੰਪਿਊਟਰ ਸਿਸਟਮ ਜਾਂ ਤਾਂ ਡਾਇਰੈਕਟਲੀ ਅੰਡਰਸਟੈਂਡ ਕਰ ਸਕਦਾ ਹੋਵੇ ਜਾਂ ਇਨਡਾਇਰੈਕਟਲੀ। ਹੁਣ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਦਾ ਮੀਨਿੰਗ ਕਿ ਜੇ ਤਾਂ ਅਸੀਂ ਲੋ ਲੈਵਲ ਲੈਂਗੁਏਜ ਜਿਹਨੂੰ ਅਸੀਂ ਬਾਈਨਰੀ ਲੈਂਗੁਏਜ ਬੋਲਦੇ ਹਾਂ, ਜਿਹੜੀ 0 1 ਦੀ ਫੋਰਮ ਦੇ ਵਿੱਚ ਹੈ, ਕਿ ਅਗਰ ਅਸੀਂ ਉਹ ਯੂਜ਼ ਕਰਾਂਗੇ ਦੈਨ ਕੰਪਿਊਟਰ ਉਹਨੂੰ ਈਜ਼ਲੀ ਅੰਡਰਸਟੈਂਡ ਕਰ ਸਕਦਾ, ਮਤਲਬ ਕਿ ਡਾਇਰੈਕਟਲੀ ਅੰਡਰਸਟੈਂਡ ਕਰ ਸਕਦਾ, ਬਿਕੋਜ਼ ਆਫ ਦੈਟ ਇਜ਼ ਦਾ ਲੈਂਗੁਏਜ ਆਫ ਮਸ਼ੀਨ ਲੈਂਗੁਏਜ ਦੈਟ ਇਜ਼ ਨੋ ਨੀਡ ਟੂ ਕੰਪਾਈਲ। ਬਟ ਅਗਰ ਅਸੀਂ ਇਸ ਤੋਂ ਇਲਾਵਾ ਯੂਜ਼ ਕਰ ਰਹੇ ਹਾਂ, ਜਿਵੇਂ HTML ਦੇ ਕੋਡਿੰਗ ਲਿਖ ਰਹੇ ਹਾਂ, ਜਾਂ ਜਿਹਨਾਂ ਨੂੰ ਅਸੀਂ ਕਹਿ ਦਈਏ ਕਿ ਹਾਈ ਲੈਵਲ ਲੈਂਗੁਏਜਿਸ ਜਾਂ ਮਿਡਲ ਲੈਵਲ ਲੈਂਗੁਏਜਿਸ ਯੂਜ਼ ਕਰ ਰਹੇ ਹਾਂ, ਸੋ ਦੋਜ਼ ਲੈਂਗੁਏਜਿਸ ਨੀਡ ਟੂ ਕੰਪਾਈਲ। ਉਹ ਕੀ ਹੋ ਜਾਣਗੀਆਂ, ਇਨਡਾਇਰੈਕਟਲੀ ਅੰਡਰਸਟੈਂਡ ਹੋਣਗੀਆਂ। ਸੋ ਦੋਜ਼ ਲੈਂਗੁਏਜਿਸ ਆਰ ਕਾਲਡ ਪ੍ਰੋਗਰਾਮਿੰਗ ਲੈਂਗੁਏਜਿਸ, ਕਿ ਜਿਹੜੀਆਂ ਵੀ ਅਸੀਂ ਲੈਂਗੁਏਜਿਸ ਯੂਜ਼ ਕਰਦੇ ਹਾਂ ਉਹਨਾਂ ਨੂੰ ਕੀ ਬੋਲਦੇ ਹਾਂ, ਪ੍ਰੋਗਰਾਮਿੰਗ ਲੈਂਗੁਏਜਿਸ। C is programming languages. So as we have to learn any natural languages before using it, similarly we also must have to learn programming languages like C, ਕਿ ਅਸੀਂ ਮਤਲਬ ਕੋਈ ਵੀ ਨੈਚੁਰਲ ਲੈਂਗੁਏਜ ਜਿਹੜੀ ਹੈ ਅਗਰ ਉਹਨੂੰ ਵੀ ਲਰਨ ਕਰਨਾ ਸਟਾਰਟ ਕਰਦੇ ਹਾਂ ਤਾਂ ਸਾਨੂੰ ਉਹਦੇ ਵਾਸਤੇ ਜਿਹੜੇ ਉਹਦੇ ਬੇਸਿਕ ਕਨਸੈਪਟ ਨੇ ਉਹਨਾਂ ਨੂੰ ਕਲੀਅਰ ਕਰਨਾ ਪੈਂਦਾ ਵਾ। ਸੋ ਇਸੇ ਤਰ੍ਹਾਂ C ਲੈਂਗੁਏਜ ਨੂੰ ਵੀ ਅਸੀਂ ਸਟਾਰਟ ਕਰਨ ਤੋਂ ਪਹਿਲਾਂ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਮਤਲਬ ਜੋ ਵੀ ਉਹਦੇ ਸਿੰਬੋਲਿਕਸ ਨੇ ਜਿਹੜੇ ਉਹਦੇ ਵਿੱਚ ਯੂਜ਼ ਹੋਣੇ ਨੇ ਤਾਂ ਉਹਨਾਂ ਨੂੰ ਅਸੀਂ ਪਹਿਲਾਂ ਲਰਨ ਕਰਾਂਗੇ। ਸੋ ਲਰਨਿੰਗ ਪ੍ਰੋਗਰਾਮਿੰਗ ਲੈਂਗੁਏਜਿਸ ਆਰ ਵੈਰੀ ਸਿਮਿਲਰ ਟੂ ਲਰਨ ਐਨੀ ਨੈਚੁਰਲ ਲੈਂਗੁਏਜਿਸ ਲਾਈਕ ਹਿੰਦੀ, ਪੰਜਾਬੀ ਐਟਸੈਕਟਰਾ, ਕਿ C ਲੈਂਗੁਏਜ ਜਾਂ ਕੋਈ ਵੀ ਹੋਰ ਪ੍ਰੋਗਰਾਮਿੰਗ ਲੈਂਗੁਏਜ ਨੂੰ ਵੀ ਸਿੱਖਣਾ ਉਨਾ ਹੀ ਆਸਾਨ ਆ ਜਿੰਨਾ ਅਸੀਂ ਕਿਸੇ ਵੀ ਨੈਚੁਰਲ ਲੈਂਗੁਏਜ ਨੂੰ ਸਿੱਖਦੇ ਹਾਂ। ਸੋ ਸਾਡੇ ਕੋਲ ਡਿਫਰੈਂਸ ਆ ਦੋਨਾਂ ਦੇ ਵਿੱਚ ਕਿ ਅਗਰ ਅਸੀਂ ਕੋਈ ਇੰਗਲਿਸ਼ ਲੈਂਗੁਏਜ ਕਹਿ ਲਈਏ ਨੈਚੁਰਲ ਲੈਂਗੁਏਜ ਸਿੱਖਾਂਗੇ ਤਾਂ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ, ਅਤੇ ਉਹਦੇ ਨਾਲ ਦੀ ਨਾਲ ਕਿ ਅਗਰ ਅਸੀਂ C ਲੈਂਗੁਏਜ ਯੂਜ਼ ਕਰਾਂਗੇ ਸਿੱਖਾਂਗੇ ਤਾਂ ਉਹਦੇ ਵਾਸਤੇ। ਸੋ ਫਸਟ ਆਫ ਆਲ ਇਨ ਸਟੈਪਸ ਇਨ ਲਰਨਿੰਗ ਨੈਚੁਰਲ ਲੈਂਗੁਏਜ ਲਾਈਕ ਇੰਗਲਿਸ਼, ਸਾਨੂੰ ਉਹਦੇ ਵਾਸਤੇ ਕੀ ਹੋਏਗਾ, ਕਰੈਕਟਰਸ ਐਂਡ ਸਿੰਬਲਸ ਯੂਜ਼ਡ ਇਨ ਇੰਗਲਿਸ਼, ਕਿ ਜੋ ਵੀ ਕਰੈਕਟਰਸ ਹੁਣ ਅਸੀਂ ਇੰਗਲਿਸ਼ ਲੈਂਗੁਏਜ ਨੂੰ ਅਗਰ ਸਿੱਖਦੇ ਹਾਂ ਤਾਂ ਸਾਨੂੰ ਨਰਸਰੀ ਦੇ ਵਿੱਚ ਸਭ ਤੋਂ ਪਹਿਲਾਂ ਅਲਫਾਬੈਟਸ ਜਿਹੜੇ ਆ ਉਹਨਾਂ ਨੂੰ ਦੀ ਆਈਡੈਂਟੀਫਿਕੇਸ਼ਨ, ਉਹਨਾਂ ਨੂੰ ਲਿਖਣਾ ਸਾਨੂੰ ਸਿਖਾਇਆ ਜਾਂਦਾ। ਸੋ ਇਸੇ ਤਰ੍ਹਾਂ ਕਿ ਅਗਰ ਅਸੀਂ ਪ੍ਰੋਗਰਾਮਿੰਗ ਲੈਂਗੁਏਜ ਨੂੰ ਸਿੱਖ ਰਹੇ ਹਾਂ ਲਾਈਕ C ਲੈਂਗੁਏਜ ਹੀ, ਦੈਨ ਉਹਦੇ ਵਾਸਤੇ ਵੀ ਸਾਨੂੰ ਕੀ ਚਾਹੀਦੇ, ਉਹਦੇ ਕਰੈਕਟਰਸ, ਡਿਜਿਟ ਐਂਡ ਸਿੰਬਲਸ ਯੂਜ਼ਡ ਇਨ C ਲੈਂਗੁਏਜ। ਸੋ ਸੈਕਿੰਡ ਇਜ਼ ਵਰਡ ਫੋਰਮੇਸ਼ਨ ਵਿਦ ਕਰੈਕਟਰਸ। ਹੁਣ ਅਸੀਂ ਪਹਿਲਾਂ ਇੱਕ ਇੱਕ ਅਲਫਾਬੈਟ ਸਿੱਖਦੇ ਹਾਂ, ਲੈਟਰ ਸਿੱਖਦੇ ਹਾਂ, ਫਿਰ ਉਸ ਤੋਂ ਬਾਅਦ ਮਤਲਬ 2 ਲੈਟਰਸ ਨੂੰ ਜੋੜਦੇ ਹਾਂ, 3 ਲੈਟਰਸ ਨੂੰ ਜੋੜਦੇ ਹਾਂ ਤਾਂ ਇੱਕ ਵਰਡ ਦੀ ਫੋਰਮੇਸ਼ਨ ਕਰਦੇ ਹਾਂ। ਤਾਂ ਇਸੇ ਤਰ੍ਹਾਂ C ਲੈਂਗੁਏਜ ਦੇ ਵਿੱਚ ਕੀ ਆਊਗਾ, ਡਿਫਰੈਂਟ ਟਾਈਪਸ ਆਫ ਟੋਕਨਸ ਫੋਰਮਡ ਵਿਦ ਅਬਵ ਕਰੈਕਟਰ ਸੈੱਟ, ਕਿ ਜਿੰਨੇ ਵੀ ਮਤਲਬ ਇਹਦੇ ਟੋਕਨਸ ਹੁੰਦੇ ਆ ਜਿਹੜੇ C ਲੈਂਗੁਏਜ ਦੇ ਵਿੱਚ ਯੂਜ਼ ਕੀਤੇ ਜਾਂਦੇ, ਜਿਹਦੇ ਵਿੱਚ ਕੀਵਰਡਸ ਨੇ, ਆਈਡੈਂਟੀਫਾਇਰਸ ਨੇ ਜਾਂ ਕੋਈ ਓਪਰੇਟਰਸ ਨੇ, ਤਾਂ ਉਹਨਾਂ ਨੂੰ ਲਰਨ ਕਰਨਾ ਪਏਗਾ। ਦੈਨ ਥਰਡ ਇਜ਼ ਸੈਂਟੈਂਸ ਫੋਰਮੇਸ਼ਨ ਯੂਜ਼ਿੰਗ ਵਰਡਸ ਐਂਡ ਸਿੰਬਲਸ, ਕਿ ਹੁਣ ਜਦੋਂ ਵੀ ਅਸੀਂ ਵਰਡ ਫੋਰਮੇਸ਼ਨ ਤੋਂ ਬਾਅਦ ਥਰਡ ਸਟੈਪ 'ਤੇ ਕੀ ਕਰਦੇ ਹਾਂ, ਸੈਂਟੈਂਸ ਫੋਰਮੇਸ਼ਨ, ਕਿ ਅਸੀਂ ਹੁਣ ਸੈਂਟੈਂਸ ਬਣਾਉਣੇ ਸਿੱਖਦੇ ਹਾਂ। ਤਾਂ C ਲੈਂਗੁਏਜ ਦੇ ਵਿੱਚ ਅਸੀਂ ਕੀ ਸਿੱਖਾਂਗੇ, ਇੰਸਟਰਕਸ਼ਨਸ ਫੋਰਮਡ ਵਿਦ ਟੋਕਨਸ, ਕਿ ਜੋ ਵੀ ਸਾਡੇ ਟੋਕਨਸ ਨੇ ਉਹਨਾਂ ਨੂੰ ਯੂਜ਼ ਕਰਕੇ ਅਸੀਂ ਇੰਸਟਰਕਸ਼ਨ ਤਿਆਰ ਕਰਨੀਆਂ। ਦੈਨ ਲਾਸਟ ਇਜ਼ ਪੈਰਾਗ੍ਰਾਫ ਰਾਈਟਿੰਗ ਯੂਜ਼ਿੰਗ ਸੈਂਸ, ਕਿ ਜੋ ਵੀ ਸਾਡੇ ਕੋਲ ਜਦੋਂ ਅਸੀਂ ਸਾਰੇ ਸਿੰਬਲਸ ਯੂਜ਼ ਕਰਨੇ ਸਿੱਖ ਲਏ, ਵਰਡ ਬਣਾ ਲਏ, ਸੈਂਟੈਂਸ ਬਣਾ ਲਏ, ਦੈਨ ਲਾਸਟ 'ਤੇ ਅਸੀਂ ਕੀ ਕਰਾਂਗੇ, ਪੈਰਾਗ੍ਰਾਫ। ਸੋ C ਲੈਂਗੁਏਜ ਦੇ ਵਿੱਚ ਕੀ ਕਰਾਂਗੇ, ਪ੍ਰੋਗਰਾਮ ਫੋਰਮਡ ਵਿਦ ਇੰਸਟਰਕਸ਼ਨਸ, ਕਿ ਇੰਗਲਿਸ਼ ਲੈਂਗੁਏਜ ਦੇ ਵਿੱਚ ਅਸੀਂ ਪੈਰਾਗ੍ਰਾਫ ਲਿਖਣਾ ਸਟਾਰਟ ਕਰ ਦਾਂਗੇ, ਬਟ C ਲੈਂਗੁਏਜ ਦੇ ਵਿੱਚ ਫਿਰ ਅਸੀਂ ਕੀ ਬਣਾਉਣੇ ਸ਼ੁਰੂ ਕਰ ਦਾਂਗੇ, ਆਪਣੇ ਪ੍ਰੋਗਰਾਮ। ਕਿ ਕਿਸੇ ਵੀ ਲੈਂਗੁਏਜ ਨੂੰ ਸਿੱਖਣ ਤੋਂ ਪਹਿਲਾਂ ਉਹਦੇ ਜਿਹੜੇ ਕਰੈਕਟਰ ਸੈਟਸ ਨੇ, ਉਹਦੇ ਅਲਫਾਬੈਟਸ ਨੇ, ਜਾਂ ਜੋ ਵੀ ਉਹਦੇ ਵਿੱਚ ਹੋਰ ਸਿੰਬਲਸ ਯੂਜ਼ ਕੀਤੇ ਜਾਂਦੇ ਨੇ ਉਹਨਾਂ ਨੂੰ ਲਰਨ ਕਰਨਾ ਜ਼ਰੂਰੀ ਹੈ। ਥੈਂਕ ਯੂ ਸਟੂਡੈਂਟਸ।